ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਵੇਕ ਦੇ ਇਸ 23ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਭੁਪਿੰਦਰ ਸਿੰਘ ਭਾਈ ਖੇਲ। ਮੇਰੇ ਨਾਲ ਸ਼ਬਦ ਦਾ ਪਾਠ ਕਰ ਰਹੇ ਹਨ ਪੁਸ਼ਪਿੰਦਰ ਕੌਰ। ਭਾਈ ਰੇ ਰਾਮ ਕੋ ਚਿਤ ਲਾਏ। ਇਸ ਅੰਕ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 23ਵੇਂ ਪੰਨੇ ਤੇ ਸੁਸ਼ੋਭਿਤ ਸ਼੍ਰੀ ਰਾਗ ਜੀ ਦੇ ਹੀ ਸ਼ਬਦਾਂ ਦੇ ਅਰਥਾਂ ਨੂੰ ਸਮਝਾਂਗੇ। ਇਹ ਬਾਣੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਹੀ ਉਚਾਰੀ ਹੋਈ ਬਾਣੀ ਹੈ। ਇਸ ਅੰਕ ਵਿੱਚ ਅਸੀਂ ਸੱਚਾ ਸੌਦਾ ਕਰਨ ਦੀ ਪ੍ਰੇਰਣਾ ਲਵਾਂਗੇ, ਗੁਣਾਂ ਦੀ ਸੰਭਾਲ ਅਤੇ ਪ੍ਰਭੂ ਦੇ ਪ੍ਰੇਮ ਦਾ ਰੰਗ ਮਾਣਨ ਦਾ ਉਪਦੇਸ਼ ਸਮਝਾਂਗੇ। ਇਸ ਪ੍ਰਸ਼ਨ ਦਾ ਉੱਤਰ ਵੀ ਜਾਣਾਂਗੇ ਕਿ ਇਸ ਜਗਤ ਵਿੱਚ ਕਿਉਂ ਕੋਈ ਮੌਜਾਂ ਕਰਦਾ ਹੈ ਤੇ ਕੋਈ ਮੱਛੀ ਵਾਂਗੂ ਤੜਫਦਾ ਹੈ। ਜਦ ਕਿ ਪਰਮੇਸ਼ਰ ਦਿਆਲੂ ਹੈ, ਫਿਰ ਵੀ ਜਗਤ ਵਿੱਚ ਦੁੱਖ ਕਿਉਂ ਹੈ। ਅਤੇ ਅਖੀਰ ਵਿੱਚ ਭਗਤੀ ਗਿਆਨ ਮਾਰਗ ਦਾ ਯਥਾਰਥ ਰਾਹ। ਪਹਿਲਾਂ ਸੁਣਦੇ ਹਾਂ ਇਸ ਕੜੀ ਦਾ ਪਹਿਲਾ ਸ਼ਬਦ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰੋ ਵਣਜਾਰਿਓ ਵਖਰ ਲਿਓ ਸਮਾਲ, ਤੈਸੀ ਵਸਤ ਵਸਾਈਐ ਜੈਸੀ ਨਿਭੈ ਨਾਲ। ਅੱਗੇ ਸਾਉ ਸੁਜਾਨ ਹੈ ਲੈਸੀ ਵਸਤ ਸਮਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੀ ਆਏ ਰਹਾਓ। ਜਿੰਨਾ ਰਾਸਨਾ ਸੱਚ ਹੈ ਕਿਉਂ ਤਿਨਾ ਸੁਖ ਹੋਏ, ਖੋਟੇ ਵਣਜ ਵਣੰਜਿਐ ਮਨ ਤਨ ਖੋਟਾ ਹੋਏ। ਆਹੀ ਪਾਤੇ ਮਿਰਗ ਜਿਉ ਦੁਖ ਕਣੋ ਨਿਤ ਰੋਏ, ਖੋਟੇ ਪੋਤੈ ਨਾ ਪਵੇ ਤਿਨ ਹਰ ਗੁਰ ਦਰਸ ਨ ਹੋਏ। ਖੋਟੇ ਜਾਤ ਨ ਪਤ ਹੈ ਖੋਟ ਨ ਸੀਜਸ ਕੋਏ, ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ। ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਾਲਾਹਾ, ਰਾਮ ਨਾਮ ਰੰਗ ਰਤਿਆ ਭਾਰ ਨ ਪਰਮ ਤਿਨਾਹਾ। ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹਾ। ਇਸ ਸ਼ਬਦ ਵਿੱਚ ਜਿਵੇਂ ਕਿਸੇ ਗਲਤ ਰਸਤੇ ਤੇ ਤੁਰ ਰਹੇ ਭਟਕਦੇ ਹੋਏ ਪਰਮਾਰਥੀ ਨੂੰ ਸੰਬੋਧਨ ਕੀਤਾ ਗਿਆ ਹੈ। ਇਸ ਵਿੱਚ ਇੱਕ ਵਣਜਾਰੇ ਦਾ ਦ੍ਰਿਸ਼ਟਾਂਤ ਲੈ ਕੇ ਉਪਦੇਸ਼ ਦਿੱਤਾ ਗਿਆ ਹੈ ਕਿ ਸੱਚਾ ਸੌਦਾ ਕਰਨਾ ਹੈ। ਸੰਸਾਰਕ ਵਿਹਾਰ ਵਾਲੇ ਖੋਟੇ ਸੌਦੇ ਦੇ ਕੀ ਨੁਕਸਾਨ ਹਨ ਅਤੇ ਇਸ ਖੋਟੇ ਸੌਦੇ ਦੀ ਸੌਦਾਗਰੀ ਤੋਂ ਕਿਵੇਂ ਬਚਿਆ ਜਾਵੇ। ਸ਼ਬਦ ਦੇ ਅਰਥ ਇਸ ਤਰ੍ਹਾਂ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰੋ ਵਣਜਾਰਿਓ ਵਖਰ ਲਿਓ ਸਮਾਲ, ਤੈਸੀ ਵਸਤ ਵਸਾਈਐ ਜੈਸੀ ਨਿਭੈ ਨਾਲ। ਅੱਗੇ ਸਾਉ ਸੁਜਾਨ ਹੈ ਲੈਸੀ ਵਸਤ ਸਮਾਲ। ਵਣਜਾਰਾ ਯਾਨੀ ਵਣਜ ਕਰਨ ਵਾਲਾ। ਆਮ ਤੌਰ ਤੇ ਵਣਜਾਰੇ ਤੁਰ ਫਿਰ ਕੇ ਪਿੰਡ ਪਿੰਡ ਵਿੱਚ ਸੌਦਾ ਵੇਚਦੇ ਹਨ। ਜੀਵ ਨੂੰ ਵੀ ਵਣਜਾਰਾ ਕਿਹਾ ਗਿਆ ਹੈ ਕਿਉਂਕਿ ਇੱਥੇ ਇਸਨੇ ਸਦਾ ਨਹੀਂ ਬੈਠੇ ਰਹਿਣਾ। ਵਖਰ ਯਾਨੀ ਸੌਦਾ, ਵਿਸਾਹੀਏ ਖਰੀਦਣੀ ਚਾਹੀਦੀ ਹੈ। ਸਾਹ ਸ਼ਾਹੂਕਾਰ ਜਿਸਨੇ ਰਾਸ ਪੂੰਜੀ ਦੇ ਕੇ ਵਣਜਾਰੇ ਭੇਜੇ ਹਨ। ਸੁਜਾਨ ਸਿਆਣਾ, ਸੰਭਾਲ ਲੈਸੀ ਸੰਭਾਲ ਕੇ ਲਏਗਾ, ਪਰਖ ਕੇ ਲਏਗਾ। ਅਰਥ ਹੋਏ, ਹੇ ਰਾਮ ਨਾਮ ਦਾ ਵਣਜ ਕਰਨ ਆਏ ਜੀਵੋ, ਨਾਮ ਦਾ ਵਪਾਰ ਕਰੋ, ਨਾਮ ਸੌਦਾ ਸੰਭਾਲ ਲਵੋ। ਉਹ ਜਿਹਾ ਸੌਦਾ ਹੀ ਖਰੀਦਣਾ ਚਾਹੀਦਾ ਹੈ ਜਿਹੜਾ ਸਦਾ ਲਈ ਸਾਥ ਨਿਭਾਏ। ਪਰਲੋਕ ਵਿੱਚ ਬੈਠਾ ਸ਼ਾਹ ਸਿਆਣਾ ਹੈ, ਉਹ ਸਾਡੇ ਖਰੀਦੇ ਹੋਏ ਸੌਦੇ ਨੂੰ ਪੂਰੀ ਪਰਖ ਕਰਕੇ ਹੀ ਕਬੂਲ ਕਰੇਗਾ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤੀ ਆਏ ਰਹਾਓ। ਜਸ ਯਾਨੀ ਸ਼ੋਭਾ, ਸੌ ਖਸਮ ਪ੍ਰਭੂ, ਪਤੀ ਆਏ ਤਸੱਲੀ ਕਰਕੇ। ਰਹਾਓ ਦੀ ਇਸ ਪੰਕਤੀ ਵਿੱਚ ਸ਼ਬਦ ਦਾ ਕੇਂਦਰੀ ਵਿਚਾਰ ਹੈ ਕਿ ਹੇ ਭਾਈ ਚਿੱਤ ਲਾ ਕੇ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਜਪੋ। ਇੱਥੋਂ ਆਪਣੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਦਾ ਸੌਦਾ ਲੈ ਕੇ ਤੁਰੋ, ਖਸਮ ਪ੍ਰਭੂ ਖੁਸ਼ ਹੋ ਕੇ ਵੇਖੇਗਾ। ਜਿੰਨਾ ਰਾਸਨਾ ਸੱਚ ਹੈ ਕਿਉਂ ਤਿਨਾ ਸੁਖ ਹੋਏ, ਖੋਟੇ ਵਣਜ ਵਣੰਜਿਐ ਮਨ ਤਨ ਖੋਟਾ ਹੋਏ। ਆਹੀ ਪਾਤੇ ਮਿਰਗ ਜਿਉ ਦੁਖ ਕਣੋ ਨਿਤ ਰੋਏ। ਪਦਾਰਥ ਹੋਏ, ਖੋਟੇ ਖੋਟੇ ਦੇ ਰਾਹੀਂ, ਖੋਟੇ ਵਣਜ ਖੋਟੇ ਵਣਜ ਦੇ ਰਾਹੀਂ, ਵਣਜੇ ਵਣਜੇ ਹੋਏ ਦੇ ਰਾਹੀਂ। ਮਿਰਗ ਹਿਰਨ, ਘਣੋ ਬਹੁਤ, ਰੋਏ ਰੋਂਦਾ ਹੈ, ਦੁਖੀ ਹੁੰਦਾ ਹੈ। ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ। ਜੇ ਨਿਤ ਖੋਟਾ ਵਪਾਰ ਹੀ ਕਰਦੇ ਰਹੀਏ ਤਾਂ ਮਨ ਵੀ ਖੋਟਾ ਹੋ ਜਾਂਦਾ ਹੈ ਅਤੇ ਸਰੀਰ ਵੀ ਖੋਟਾ।
ਭਾਵ ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ। ਜਿਵੇਂ ਫਾਹੀ ਵਿੱਚ ਫਸਿਆ ਹੋਇਆ ਹਿਰਨ ਦੁਖੀ ਹੁੰਦਾ ਹੈ, ਤਿਵੇਂ ਹੀ ਖੋਟ ਦੀ ਫਾਹੀ ਵਿੱਚ ਫਸ ਕੇ ਜੀਵ ਨੂੰ ਬਹੁਤ ਦੁੱਖ ਮਿਲਦਾ ਹੈ। ਉਹ ਨਿਤ ਦੁਖੀ ਹੁੰਦਾ ਹੈ। खोटे पोते ना पवे दिन हर गुरुदर्श न होए, खोटे जात न पत है खोट न सीजस कोए, खोटे खोट कमावना आए गया पत खोए। ਖੋਟੇ ਅਰਥਾਤ ਖੋਟੇ, ਜਿਵੇਂ ਖੋਟੇ ਸਿੱਕੇ। ਪੋਤੇ ਖਜ਼ਾਨੇ ਵਿੱਚ, ਗੁਰਦਰਸ ਗੁਰੂ ਦਾ ਦਰਸ। ਖੋਟ ਖੋਟ ਦੇ ਰਾਹੀਂ ਨਾ ਸੀਜਸ ਕਾਮਯਾਬ ਨਹੀਂ ਹੁੰਦਾ। ਖੋਟ ਕਮਾਉਣਾ, ਖੋਟਾ ਕੰਮ ਹੀ ਕਰਨਾ, ਖੋਏ ਗਵਾ ਕੇ। ਖੋਟੇ ਸਿੱਕੇ ਸਰਕਾਰੀ ਖਜ਼ਾਨੇ ਵਿੱਚ ਨਹੀਂ ਲਏ ਜਾਂਦੇ। ਠੀਕ ਉਸੇ ਤਰ੍ਹਾਂ ਹੀ ਖੋਟੇ ਬੰਦੇ ਦਰਗਾਹ ਵਿੱਚ ਆਦਰ ਨਹੀਂ ਪਾਉਂਦੇ। ਉਹਨਾਂ ਨੂੰ ਹਰੀ ਦਾ, ਗੁਰੂ ਦਾ ਦੀਦਾਰ ਨਹੀਂ ਹੁੰਦਾ। ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ। ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ ਆਤਮਕ ਜੀਵਨ ਵਿੱਚ ਕਾਮਯਾਬ ਵੀ ਨਹੀਂ ਹੋ ਸਕਦਾ। ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਉਣਾ ਹੈ। ਉਸ ਨੂੰ ਖੋਟ ਕਮਾਉਣ ਦੀ ਆਦਤ ਪੈ ਜਾਂਦੀ ਹੈ। ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ। नानक मन समझाई है गुर कै शब्द सालाहा, राम नाम रंग रत्या भार न परम तिनाहा, हर जप लाहा अगला निरपौ हर मन माहा। ਸ਼ਬਦ ਸਲਾਹ, ਸਿਫਤ ਸਲਾਹ ਵਾਲੇ ਸ਼ਬਦ ਰਾਹੀਂ ਰੰਗ ਰੰਗ ਵਿੱਚ, ਭਾਰ ਬੋਝ, ਭਰਮ ਯਾਨੀ ਭਟਕਣਾ, ਜਪ ਜਪ ਕੇ, ਅਗਲਾ ਲਾਹਾ ਬਹੁਤ ਨਫਾ, ਮਨ ਮਾਹੇ ਮਨ ਵਿੱਚ। ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਲਫ਼ਜ਼ ਸਲਾਹ ਤਿਨਾਹ ਦੇ ਨਾਲ ਰਲਣ ਲਈ ਮਾਹ ਦੇ ਥਾਂ ਤੇ ਮਾਹ ਲਿਖਿਆ ਗਿਆ ਹੈ। ਹੇ ਨਾਨਕ, ਪਰਮਾਤਮਾ ਦੀ ਸਿਫਤ ਸਲਾਹ ਵਾਲੇ ਗੁਰੂ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ। ਜਿਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ। ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ। ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖਟਿਆ ਜਾ ਸਕਦਾ ਹੈ ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ, ਮਨ ਵਿੱਚ ਆ ਵਸਦਾ ਹੈ। ਹੁਣ ਸੁਣਦੇ ਹਾਂ ਅਗਲਾ ਸ਼ਬਦ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਤਾਂਜੋ ਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉ ਢਲ ਢੁਲ ਜੁੰਮਣ ਹਾਰ। ਰੰਗ ਮਾਣ ਲੈ ਪਿਆਰਿਆ ਜਾ ਜੋ ਬਨੋ ਹੁੱਲਾ, ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ਰਹਾਓ। ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਣ, ਹਮ ਵੀ ਵੰਨਾ ਡੁਮਣੀ ਰੋਵਾ ਚੀਣੀ ਬਾਣ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ, ਲੱਗੀ ਆਵੇ ਸਾਹੋਰੇ ਨਿਤ ਨਾ ਪਈਆ ਹੋਏ। ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ। ਇਸ ਸ਼ਬਦ ਵਿੱਚ ਕਿਸੇ ਪਿਆਰੇ ਦੇ ਮਰਨ ਤੇ ਦੁਖੀ ਹਿਰਦੇ ਨੂੰ ਯਥਾਰਥ ਵੈਰਾਗ ਦਾ ਉਪਦੇਸ਼ ਦਿੱਤਾ ਗਿਆ ਹੈ। ਸ਼ਬਦ ਵਿੱਚ ਪਤੀ ਦੇ ਵਿਛੋੜੇ ਮਗਰੋਂ ਪਤਨੀ ਦੀ ਮਨੋਦਸ਼ਾ ਦੇ ਭਾਵਾਂ ਰਾਹੀਂ ਜਿਗਿਆਸੂ ਨੂੰ ਉਪਦੇਸ਼ ਦਿੱਤਾ ਗਿਆ ਹੈ। ਪ੍ਰੀਤਮ ਦੇ ਵਿਛੋੜੇ ਨਾਲ ਜੋ ਮੋਹ ਮਾਇਆ ਨੂੰ ਸੱਟ ਵੱਜਦੀ ਹੈ ਅਤੇ ਆਪਣੇ ਸੁੱਖਾਂ ਦੇ ਵਿਛੋੜੇ ਦੇ ਮੋਹ ਵਿੱਚ ਰੋਂਦੇ ਹਾਂ, ਲੇਕਿਨ ਸੱਚ ਇਹ ਹੈ ਜਿਸ ਹੋਣੀ ਤੇ ਅਸੀਂ ਰੋਂਦੇ ਹਾਂ ਉਹ ਹੋਣੀ ਸਾਡੇ ਸਿਰ ਵੀ ਵਰਤਣੀ ਹੈ। ਇਸ ਲਈ ਗੁਣਾਂ ਦੀ ਸੰਭਾਲ ਕਰੀਏ ਅਤੇ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਮਾਣੀਏ। ਕਾਵਿ ਦੀ ਦ੍ਰਿਸ਼ਟੀ ਤੋਂ ਵੀ ਇਹ ਸ਼ਬਦ ਡੂੰਘੇ ਵੈਰਾਗ ਨਾਲ ਭਰਿਆ ਹੋਇਆ ਹੈ ਜੋ ਸ਼ਾਂਤੀ ਰਸ ਦਾ ਮੂਲ ਹੈ। ਆਓ ਸ਼ਬਦ ਦੇ ਅਰਥ ਸਮਝੀਏ। ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਤਾਂਜੋ ਬਨ ਅਰ ਫੁੱਲੜਾ ਨਾਠੀੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉ ਢਲ ਢੁਲ ਜੁੰਮਣ ਹਾਰ। ਪਦ ਅਰਥ ਅਰ ਅਤੇ। ਲਫ਼ਜ਼ ਅਰ ਸਦਾ ਓਂਕਾਰ ਦਾ ਅੰਤ ਹੈ। ਇਸ ਦਾ ਅਰਥ ਹੈ ਅਤੇ। ਲਫ਼ਜ਼ ਅਰ ਜਿੱਥੇ ਸਿਆਰੀ ਅੰਤ ਹੈ ਉਸ ਦਾ ਅਰਥ ਹੋਇਆ ਵੈਰੀ। ਫੁੱਲੜਾ ਸੋਹਣਾ ਜਿਹਾ ਫੁੱਲ, ਨਾਠੀੜੇ ਪ੍ਰਾਹੁਣੇ, ਪੱਬਣ ਪਾਣੀ ਦੇ ਕੰਢੇ ਉੱਗੀ ਹੋਈ ਚੌਪੱਤੀ, ਕੇਰੇ ਦੇ ਪੱਤ ਯਾਨੀ ਪੱਤਰ ਬਹੁਵਚਨ, ਢਲ ਢੁੱਲ ਕੁਮਲਾ ਕੇ ਸੁੱਕ ਕੇ, ਜੁੰਮਣਹਾਰ ਇਹ ਸਿੰਧੀ ਬੋਲੀ ਹੈ, ਤੁਰ ਜਾਣ ਵਾਲੇ ਨਾਸਵੰਤ। ਅਰਥ ਹੋਇਆ ਧਨ, ਜਵਾਨੀ ਅਤੇ ਨਿੱਕਾ ਜਿਹਾ ਫੁੱਲ। ਇਹ 4 ਦਿਨਾਂ ਦੇ ਹੀ ਪ੍ਰਾਹੁਣੇ ਹੁੰਦੇ ਹਨ। ਜਿਵੇਂ ਚੌਪੱਤੀ ਦੇ ਪੱਤਰ
ਪਾਣੀ ਦੇ ਢਲ ਜਾਣ ਨਾਲ ਸੁੱਕ ਕੇ ਨਾਸ਼ ਹੋ ਜਾਂਦੇ ਹਨ, ਤਿਵੇਂ ਇਹ ਵੀ ਨਾਸ਼ ਹੋ ਜਾਂਦੇ ਹਨ। ਰੰਗ ਮਾਣ ਲੈ ਪਿਆਰਿਆ ਜਾ ਜੋ ਬੰਨੋ ਹੁੱਲਾ, ਦਿਨ ਥੋੜੇ ਥਕੇ ਭਇਆ ਪੁਰਾਣਾ ਚੋਲਾ ਰਹਾਓ। रंग यानी आत्मक आनंद, जा जब तक नौ हुला नवा नवे हुलारे वाला, थके थके रह गए चोला यानी शरीर। इत्थे रहाओ दी पंक्ति दे विच इस शब्द दा केंद्री भाव है, हे प्यारे जब तक नवी जवानी है तद तक आत्मक आनंद लै लै, जदों उम्र दे दिन थोड़े रह गए शरीरक चोला पुराना हो जाएगा, फिर सिमरन नहीं हो सकेगा। सज्जन मेरे रंगले जाए सुते जीरान, हम भी वन्या डूमनी रोवा चीनी बाण। रंगुले यानी प्यारे, जीरान जीरान विच, जीरान यानी कब्रिस्तान विच, हम भी हों भी मैं भी, वंजा वंजा यानी जावांगी, डूमनी दो मनी दो चित्ती होके, रोवा रोवा हुण रोंदी हां, झीणी मध्यम धीमी, बाण बाणी आवाज़ विच। मेरे प्यारे सज्जन कब्रिस्तान विच जा सुत्ते हैं, मैं उन्हां दे विछोड़े विच धीमी आवाज़ नाल रो रही हूँ, यानी सिसक सिसक के रो रही हूँ, पर मैनू ये समझ नहीं आ रही, मैं भी दुचित्ती हो के उधर नू ही चल पवांगी। की ना सुने ही गोरिए अपन कन्नी सोए, लगी आवे साहोरे नितना पईया होए। गोरिए हे सुंदर जीव स्त्री, आपन कन्नी अपने कन्ना नाल ध्यान दे के सोए खबर लगी आवह जरूर आवेंगी। पेया पेका कर इस जगत, हे सुंदर जीव स्त्री तू ध्यान नाल ये खबर क्यों नहीं सुनदी कि पेका कर अर्थात इस लोक दा वसेवा सदा नहीं रह सकदा, सहुरे कर वह यानी परलोक विच जरूर जाना पवेगा। नानक सुती पेई है जान विरती सन, गुना गवाई गंठड़ी अब गण चली बन। सुत्ती यानी गाफल बेपरवाह हो रही, सुत्ती पई है। पेई है पेके घर विच, जान समझ विरती वी रात्रि रात दे उलट यानी कि दिन दिहाड़े, गंठड़ी निक्की जही पोटली, बन बन के इकट्ठे करके। हे नानक जिहड़ी जीव स्त्री पेके घर अर्थात इस लोक विच गफलत दी नींद सुत्ती रही, इस तरह जानो कि उसदे गुणां नूं दिन दहाड़े ही सन लगी रही, उसने गुणां दी गंठड़ी गवा लई, ਉਹ इत्थों अवगुणा दी पंड बन के लै तुरी है। इस पेज ते श्री राग दा अगला शब्द है, श्री राग महला पहला कर दूजा दूजा, आपे रसिया आप रस आपे रावणहार, आपे होवे चोलड़ा आपे सेज पतार, रंग रता मेरा साहेब रव रहा भरपूर रहाओ। आपे माची मछली आपे पानी जाले, आपे जाल मनकड़ा आपे अंदर लाल, आपे बहुबिद रंगला सखिए मेरा लाल, नित्र वै सुहागणी देख हमारा हाल। रणवे नानक बेनती तू सरवर तू हंस, कौल तू है कविया तू है आपे वेख विगस। जगत विच पीड़ा देख के घबराउण वालियां नूं संबोधन करते हुए गुरु नानक पातशाह दस रहे हैं कि एक ब्रह्म ज्ञानी की नज़र विच संसार विच दिखाई दे रहा यह दुख अते सुख किस तरह है। लगता है जिवें किसी ने सवाल किया होवे कि जगत विच दुख क्यों है, परमेश्वर दयालु है तां यह पीड़ा क्यों है। फिर कोई रसिया होके रस मान रहा है तो कोई मच्छी होके तड़फ क्यों रहा है, क्यों है यह असमानता अते विषमता। लगता है ये शब्द इन्हां सवालों का ही जवाब है, जिवें कि रहाओ की पंक्ति विच स्पष्ट हो जाता है। जवाब जानन लई पहला शब्द दे अर्थ समझते हाँ। श्री राग महला पहला कर दूजा दूजा, आपे रसिया आप रस आपे रावणहार, आपे होवे चोलड़ा आपे सेज पतार। पदार्थ रसिया यानी रस नाल भरिया होया, रावणहार रस नूं भोगण वाला, चोलड़ा स्त्री दी चोली, पतार यानी खसम पति। प्रभु आप ही रस भरिया पदार्थ है, आप ही उस विच रस है, आप ही उस स्वाद नूं माणन वाला है। प्रभु आप ही स्त्री बनता है, आप ही सेज अते आप ही माणन वाला खसम है।
रंग रता मेरा साहिब रव रहा भरपूर रहाओ। रंग यानी प्रेम विच, रंग विच, रता रंगिया होया, रत्या होया, रव रहा भरपूर है, व्यापक है, भरपूर नका नक भरिया होया। मेरा मालक प्रभु प्यार विच रंगिया होया है, ਉਹ ਸਾਰੀ ਸ੍ਰਿਸ਼ਟੀ ਵਿੱਚ ਪੂਰਨ ਤੌਰ ਤੇ ਵਿਆਪਕ ਹੈ। आपे माची मछली आपे पानी जाले आपे जाल मनकड़ा आपे अंदर लाल। ਮਾਛੀ यानी ਮੱਛੀਆਂ ਫੜਨ ਵਾਲਾ, ਜਾਲ ਮਣਕੜਾ, ਜਾਲ ਦਾ ਮਣਕਾ यानी ਲੋਹੇ ਆਦਿਕ ਦੇ ਮਣਕੇ ਜੋ ਜਾਲ ਨੂੰ ਭਾਰਾ ਕਰਨ ਲਈ ਹੇਠਲੇ ਪਾਸੇ ਲਾਏ ਹੁੰਦੇ ਹਨ ਤਾਂ ਕਿ ਜਾਲ ਪਾਣੀ ਵਿੱਚ ਡੁੱਬਿਆ ਰਹੇ। ਲਾਲ ਮਾਸ ਦੀ ਬੋਟੀ ਮੱਛੀ ਨੂੰ ਫਸਾਉਣ ਲਈ। प्रभु आप ही मच्छियाँ फड़न वाला है, आप ही मच्छी है ਅਤੇ आप ही पानी है जिस ਵਿੱਚ ਮੱਛੀ ਰਹਿੰਦੀ ਹੈ। आप ही जाल है ਜਿਸ ਨਾਲ ਮੱਛੀ ਫੜੀ ਜਾਂਦੀ ਹੈ। प्रभु ही उस जाल ਦੇ ਮਣਕੇ ਹੈ। आप ही उस जाल ਵਿੱਚ ਮਾਂਸ ਦੀ ਬੋਟੀ ਹੈ ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ। आपे बहुविध रंगला सखिए मेरा लाल नित्र वै सुहागणी देख हमारा हाल। ਬਹੁਵਿਧ यानी कई ਤਰੀਕਿਆਂ ਨਾਲ, ਰੰਗੁਲਾ ਚੋਜ ਕਰਨ ਵਾਲਾ, ਲਾਲ यानी ਪਿਆਰਾ, ਰਵੇ ਮਾਣਦਾ ਹੈ, ਮਿਲਦਾ ਹੈ, ਸੁਹਾਗਣੀ ਭਾਗਾਂ ਵਾਲੀਆਂ ਨੂੰ। ਹੇ ਸਹੇਲੀਏ, ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ। ਭਾਗਾਂ ਵਾਲੀਆਂ ਜੀਵ ਇਸਤਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ ਕਿ ਸਾਨੂੰ ਕਦੇ ਦੀਦਾਰ ਵੀ ਨਹੀਂ ਹੁੰਦਾ। रणवे नानक बेनती तू सरवर तू हंस कौल तू है कविया तू है आपे वेख विगस। ਪ੍ਰਣਵੈ ਅਰਥਾਤ ਬੇਨਤੀ ਕਰਦਾ ਹੈ, ਨਿਮਰਤਾ ਨਾਲ ਆਖਦਾ ਹੈ। ਕੌਲ ਸੂਰਜ ਦੀ ਰੌਸ਼ਨੀ ਵਿੱਚ ਖਿੜਨ ਵਾਲਾ ਕਮਲ ਦਾ ਫੁੱਲ। ਕਵੀਆ ਚੰਨ ਦੇ ਚਾਨਣੇ ਵਿੱਚ ਖਿੜਨ ਵਾਲੀ ਕੰਮੀ। ਵੇਖ ਵੇਖ ਕੇ ਵਿਗਸ ਖਿੜਦਾ ਹੈ, ਵਿਕਸਿਤ ਹੁੰਦਾ ਹੈ, ਖੁਸ਼ ਹੁੰਦਾ ਹੈ। हे ਪ੍ਰਭੂ, ਨਾਨਕ ਤੇਰੇ ਦਰ ਤੇ ਅਰਦਾਸ ਕਰਦਾ ਹੈ, ਤੂੰ ਹਰ ਥਾਂ ਮੌਜੂਦ ਹੈ, ਮੈਨੂੰ ਵੀ ਦੀਦਾਰ ਦੇ। ਤੂੰ ਹੀ ਸਰੋਵਰ ਹੈ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈ। ਸੂਰਜ ਦੀ ਰੋਸ਼ਨੀ ਵਿੱਚ ਖਿੜਨ ਵਾਲਾ ਕਮਲ ਫੁੱਲ ਵੀ ਤੂੰ ਹੀ ਹੈ ਅਤੇ ਚੰਨ ਦੀ ਚਾਨਣੀ ਵਿੱਚ ਖਿੜਨ ਵਾਲੀ ਕੰਮੀ ਵੀ ਤੂੰ ਹੀ ਹੈ। ਆਪਣੇ ਜਮਾਲ ਨੂੰ ਅਤੇ ਆਪਣੇ ਜਲਾਲ ਨੂੰ ਵੇਖ ਕੇ ਤੂੰ ਆਪ ਹੀ ਖੁਸ਼ ਹੋਣ ਵਾਲਾ ਹੈ। ਅਰਥ ਸੁਣ ਕੇ ਕੁਝ ਸਮਝ ਆਇਆ? ਅਸੀਂ ਜੋ ਸਵਾਲ ਕੀਤੇ ਸੀ ਕਿ ਉਹਨਾਂ ਦਾ ਜਵਾਬ ਸਾਨੂੰ ਮਿਲ ਗਿਆ? ਚਲੋ ਹੋਰ ਸਪਸ਼ਟ ਕਰਦੇ ਹਾਂ। ਭਾਈ ਵੀਰ ਸਿੰਘ ਜੀ ਇਸ ਸ਼ਬਦ ਦੀ ਵਿਆਖਿਆ ਕਰਦੇ ਹੋਏ ਸਮਝਾਉਂਦੇ ਹਨ ਕਿ ਠੀਕ ਹੈ, ਜੇ ਉਹ ਆਪ ਹੀ ਭਰਪੂਰ ਹੈ, ਉਹ ਦੁੱਖ ਵੀ ਖੁਦ ਨੂੰ ਹੀ ਦੇ ਰਿਹਾ ਹੈ, ਲੇਕਿਨ ਖੁਦ ਅਲੇਪ ਹੈ ਅਤੇ ਉਹ ਕਿਸੇ ਦੁੱਖ ਤੋਂ ਦੁਖੀ ਨਹੀਂ ਹੁੰਦਾ। ਲੇਕਿਨ ਦੁੱਖ ਤਾਂ ਦੁੱਖ ਹੈ, ਉਸ ਦਾ ਦਾਰੂ ਵੀ ਚਾਹੀਦਾ ਹੈ। ਜਵਾਬ ਇਹ ਹੈ ਕਿ ਦੁੱਖ ਦਾ ਮੂਲ ਹੈ ਖੇਲ ਵਿੱਚ ਖਚਿਤ ਦ੍ਰਿਸ਼ਟੀ। ਜੇ ਮਨੁੱਖ ਆਪਣੀ ਦ੍ਰਿਸ਼ਟੀ ਸੁਹਾਗਣ ਵਾਲੀ ਕਰ ਲਵੇ ਤਾਂ ਦੁੱਖ ਦੁੱਖ ਨਹੀਂ ਰਹਿੰਦਾ। ਸੁਹਾਗਣ ਦ੍ਰਿਸ਼ਟੀ ਕੀ ਹੈ? ਜੇ ਦ੍ਰਿਸ਼ਟੀ ਇਸ ਜਗਤ ਖੇਡ ਤੋਂ ਉੱਠ ਕੇ ਉਸ ਜਗਤ ਨੂੰ ਚਲਾਉਣ ਵਾਲੇ ਖੇਡਣ ਵਾਲੇ ਖਿਡਾਰੀ ਤੇ ਜਾ ਟਿਕੇ, ਐਸੀ ਦ੍ਰਿਸ਼ਟੀ ਟਿਕੇ ਕਿ ਉਸ ਖਿਡਾਰੀ ਅਰਥਾਤ ਮਾਲਕ ਨੂੰ ਦੇਖ ਲਵੇ, ਤਾਂ ਉਹ ਜਿਗਿਆਸੂ ਦੁੱਖ ਅਤੇ ਸੁੱਖ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ। ਦੁੱਖ ਦੀ ਪੀੜ ਅਨੁਭਵਤਾ ਅਤੇ ਸੁੱਖਾਂ ਦੀ ਰਸ ਖਚਿਤਤਾ ਹੈ ਹੀ ਜਗਤ ਵਿੱਚ ਖਚਿਤ ਦ੍ਰਿਸ਼ਟੀ ਕਰਕੇ, ਜਦਕਿ ਬ੍ਰਹਮ ਗਿਆਨੀ ਦ੍ਰਿਸ਼ਟੀ ਜਾਂ ਸੁਹਾਗਣ ਦ੍ਰਿਸ਼ਟੀ ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ ਦੀ ਸੋਝੀ ਬਖਸ਼ਦੀ ਹੈ। ਮਨੁੱਖ ਦੁੱਖ ਸੁੱਖ ਤੋਂ ਨਿਰਲੇਪ ਹੋ ਜਾਂਦਾ ਹੈ। ਅਤੇ ਹੁਣ ਸੁਣਦੇ ਹਾਂ ਪੰਨਾ ਨੰਬਰ 23 ਦਾ ਇਹ ਆਖਰੀ ਸ਼ਬਦ। श्री राग महला पहला घर तीजा। हे तन धरती बीज कर्मा करो सलिल आपाओ सारंग पानी। मन किरसान हर हृदय जम्माए लै एओ पावस पद निर्वाणी। काहे गर्भस मूढ़े माया पित्त सुतो सगल कलत्र माता। तेरे होए न अंत सिखाया रहाओ बिखै बिकार दुष्ट किरखा करे। इन तज आत्म होए त्याई जब तब संयम होए जब राखे। कमल बिगसे मध्य आश्रमाई। 20 सप्ताह रो बासरो संग्रह है 3 खोड़ा नित काल सारे।
10 18 मैं अपरंपरो चीने कहे नानक इव एक तार। ਜਾਪਦਾ ਹੈ ਇਹ ਸ਼ਬਦ ਕਿਸੇ ਐਸੇ ਪੰਡਤ ਨੂੰ ਸੰਬੋਧਨ ਹੈ ਜੋ ਕਰਮਕਾਂਡੀ ਹੈ, ਜ਼ਮੀਨ ਦਾ ਮਾਲਕ ਹੈ, ਖੇਤੀ ਕਰਵਾਉਂਦਾ ਹੈ, ਧਨੀ ਹੈ, ਵੱਡੇ ਪਰਿਵਾਰ ਵਾਲਾ ਹੈ, ਪੜਿਆ ਹੋਇਆ ਗਿਆਨੀ ਵੀ ਹੈ, ਲੇਕਿਨ ਮੋਹ ਮਾਇਆ ਵਿੱਚ ਖਚਿਤ ਹੈ। ਧਿਆਨ ਦੇਣ ਯੋਗ ਨੁਕਤਾ ਇਹ ਹੈ ਕਿ ਇਸ ਸ਼ਬਦ ਵਿੱਚ ਖੰਡਨ ਮੰਡਨ ਵਾਂਗੂ ਨਹੀਂ ਸਮਝਾਇਆ ਗਿਆ ਹੈ, ਬਲਕਿ ਉਸ ਪੰਡਤ ਨੂੰ ਭੁੱਲ ਵਿੱਚੋਂ ਕੱਢਦੇ ਹਨ, ਉਸ ਨੂੰ ਪ੍ਰੇਮ ਦੇ ਗਿਆਨ ਨੂੰ ਚੁਣ ਕੇ ਗ੍ਰਹਿਣ ਕਰਨ ਵਾਲਾ ਹੰਸ ਮਾਰਗ ਸਿਖਾਉਂਦੇ ਹਨ। ਆਓ ਹੁਣ ਇਸ ਸ਼ਬਦ ਦੇ ਅਰਥ ਸਮਝਦੇ ਹਾਂ। ਸ੍ਰੀ ਰਾਗ ਮਹਿਲਾ ਪਹਿਲਾ ਘਰ ਤੀਜਾ। ਇਹ ਤਨ ਧਰਤੀ ਬੀਜ ਕਰਮਾ ਕਰੋ, ਸਲਿਲ ਆਪਾਓ ਸਾਰੰਗ ਪਾਣੀ, ਮਨ ਕਿਰਸਾਨ ਹਰ ਹਿਰਦੈ ਜਮਾਏ ਲੈ, ਇਹੋ ਪਾਵਸ ਪਦ ਨਿਰਵਾਣੀ। ਪਦ ਅਰਥ ਕਰਮਾ यानी रोज़ाना काम, करो कर बना, सलिल पानी, आ पाओ सिंजना सिंजना, सलिल आ पाओ पानी दा सिंजना, सारंग पानी परमात्मा का नाम है, सारंग पानी, किरसान किसान वाही करन वाला, हृदय हृदय विच, जमाए लै उगा लै, इउं इस तरह निर्वाण वासना रहत, निर्वाण यानी बुझा होया जिस विचों वासना मुक जावे। हे भाई इस शरीर नूं धरती बना अते अपने रोज़ाना कर्मां नूं बीज बना, कर्मां नूं बीज बना, परमात्मा दे नाम दे पानी दा इस जमीन विच सिंचन कर, अपने मन नूं किरसान बना, परमात्मा दा नाम अपने हृदय विच उगा। इस तरह हे भाई ਉਹ ਆਤਮਕ ਅਵਸਥਾ ਹਾਸਲ ਕਰ ਲਏਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਕਾਹੇ ਗਰਭਸ ਮੂੜੇ ਮਾਇਆ ਪਿੱਤ ਸੁਤੋ ਸਗਲ ਕਲਤਰ ਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ ਰਹਾਓ। ਗਰਭਸ यानी अहंकार करता है, मूड़े हे मूर्ख, सुतो पुत्र सुत, पित यानी पिता, सगल सारे, कालत्र कलत्र स्त्री, अंत अखीर वेले, सिखाया मित्र। हे मूर्ख माया ਦਾ ਕਿਉਂ ਮਾਣ ਕਰਦਾ ਹੈ? ਪਿਤਾ ਪੁੱਤਰ ਇਸਤਰੀ ਮਾਂ ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ। दिखा विकार दुष्ट किरखा करे, इन तज आत्मे होए ध्याई, जब तब संयम होए जब राखे, कमल बिगसे मध्य आश्रमाई। ਦੁਸ਼ਟ यानी ਭੈੜੇ, ਕਿਰਖਾ ਕਰੇ ਪੁੱਟ ਦੇਵੇ, ਜਿਵੇਂ ਕਿਸਾਨ ਖੇਤੀ ਵਿੱਚੋਂ ਨਦੀਨ ਪੁੱਟ ਦਿੰਦਾ ਹੈ। ਤਜ यानी ਛੱਡ ਕੇ, ਆਤਮੈ ਹੋਏ ਆਪਣੇ ਅੰਦਰ ਇੱਕ ਚਿੱਤ ਹੋ ਕੇ, ਸੰਜਮ ਮਨ ਨੂੰ ਵਿਕਾਰਾਂ ਵੱਲੋਂ ਰੋਕਣਾ ਹੋਏ ਬਣ ਜਾਣ, ਮਧੂ यानी शहद रस आत्मक आनंद, आश्रमाई श्रमदा है, श्रमना यानी चोना चोंदा है। ਜਿਹੜਾ ਮਨੁੱਖ ਚੰਦਰੇ ਵਿਸ਼ੇ ਵਿਕਾਰਾਂ ਨੂੰ ਹਿਰਦਾ ਭੂਏ ਵਿੱਚੋਂ ਇਉਂ ਪੁੱਟ ਦਿੰਦਾ ਹੈ ਜਿਵੇਂ ਖੇਤੀ ਵਿੱਚੋਂ ਨਦੀਨ ਖਰਪਤਵਾਰ, ਇਹਨਾਂ ਵਿਕਾਰਾਂ ਦਾ ਤਿਆਗ ਕਰਕੇ ਜੋ ਮਨੁੱਖ ਆਪਣੇ ਅੰਦਰ ਇੱਕ ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ, ਜਦੋਂ ਜਪ ਤਪ ਅਤੇ ਸੰਜਮ ਉਸਦੇ ਆਤਮਕ ਜੀਵਨ ਦੇ ਰਾਖੇ ਬਣਦੇ ਹਨ ਤਾਂ ਉਸਦਾ ਹਿਰਦਾ ਕਮਲ ਖਿੜ ਪੈਂਦਾ ਹੈ, ਉਸਦੇ ਅੰਦਰ ਆਤਮਕ ਆਨੰਦ ਦਾ ਰਸ ਮਾਨੋ ਸਿੰਬਦਾ ਹੈ। 20 सप्ताहरो बासरो संग्रह है, 3 खोड़ा नित काल सारे, 10 18 मैं अपरंपरो चीने कहे नानक इव एक तार। 20 यानी 20, सप्त यानी 7, 20 सप्ताहरो यानी 27 दिन, 27 नक्षत्र, बासरो दिन, संग्रह इकट्ठा करे, 3 खोड़ा 3 अवस्था यानी बाल जवानी ते बुढ़ेपा सारे चेते रखे, 10 4 वेद अते 6 शास्त्र, 18वें 18 पुराणा विच, अपरंपरो अपरंपर परमात्मा, चीने खोजे पछाणे, इव इस तरह एक यानी प्रभु। हे नानक जे मनुख 27 ही नक्षत्रां विच भाव हर रोज़ प्रभु का नाम धन इकट्ठा करता रहे, जे मनुख अपनी उम्र दीयां तिन्नां ही अवस्थावां विच यानी बालपन जवानी अते बुढ़ेपे विच मौत नूं चेते रखे अते जे 4 वेदां 6 शास्त्रां अते 18 पुराणां आदि सारियां धार्मिक पुस्तकां विच परमात्मा दे नाम नूं ही खोजे, तां इस तरह
ਪਰਮਾਤਮਾ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਭਾਈ ਰੇ ਰਾਮ ਕਹੋ ਚਿਤ ਲਾਏ, ਭਾਈ ਰੇ ਰਾਮ ਕਹੋ ਚਿਤ ਲਾਏ। ਹਰ ਜਸ ਵਖਰ ਲੈ ਚਲੋ, ਸੋ ਦੇਖੈ ਪਤੀ ਆਏ। भाई रे राम कहो चित लाए। वणज करो वण जारियो, वखले हो संभाल। तैसी वस विसाहिए, जैसी निभे नाल। अगे साहो सुजान है, लैसी वस्त संभाल। भाई रे राम कहो चित लाए। हर जस वखर ले चलो, सौ देखे पति आए। भाई रे राम कहो चित लाए। जिन्ना रास न सच है, क्यों तेना सुख होए। खोटे वण जीवन जिए, मन तन खोटा होए। फाही फाथे मिर्ग ज्यों, दुख कणो नित रोए। भाई रे राम कहो चित लाए। खोटे पोते ना पवे, तिन हर गुर दर्शन होए। खोटे जात न पत है, खोट न सीठस कोए। खोटे खोट कमावना, आए गया पत खोए। भाई रे राम कहो चित लाए। नानक मन समझाइए, गुरु के शब्द सलाह। राम नाम रंग रतिया, पार न परम देना। हर जपला अगला, निर्भो हरि मन माहा। भाई रे राम कहो चित लाए। भाई रे राम कहो चित लाए। हर जस वखर ले चलो, सौ देखे पति आए। भाई रे राम कहो चित लाए। भाई रे राम कहो चित लाए। राम कहो
ਚਿਤ ਲਾਏ। ਇਸੇ ਨਾਲ ਹੀ ਹੁਣ ਦਿਓ ਇਜਾਜ਼ਤ। ਆਪ ਸਭ ਦਾ ਧੰਨਵਾਦ। ਸ਼ਬਦ ਪੜ੍ਹਦਿਆਂ ਅਰਥ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸੰਗਤ ਬਖਸ਼ਣਹਾਰ ਹੈ, ਖਿਮਾ ਬਖਸ਼ਣੀ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰੋ ਕਿਰਪਾ। ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।